ਮੈਂ ਕਿਹਾ ਜੀ ਇਹ ਤੇ ਮਾਸ਼ਾਅੱਲਾ ਪਿਆਰਾ ਬੱਚਾ ਹੈ, ਇਹਦੇ ਬਾਰੇ ਕੀ ਬਹੁਤ ਪਈ ਸੀ? ਇਸ ਲਈ ਪਿਆਰਾ ਦੀ ਜਦੋਂ ਇਹ ਹੋਇਆ ਨਾ ਉਦੋਂ ਬੱਚੇ ਬਹੁਤ ਆਉਂਦੀ ਸੀ। ਅੱਛਾ ਜੀ। ਹਾਂਜੀ, ਜਦੋਂ ਇਹ ਅਚਾਨਕ ਆਈ ਹੈ ਸੜ ਗਿਆ। अस्सलाम वालेकुम नाज़रीन, ਤੁਸੀਂ ਦੇਖ ਰਹੇ ਹੋ ਡੇਲੀ ਪਾਕਿਸਤਾਨ। ਮੈਂ ਹਾਂ ਤੁਹਾਡਾ ਹੋਸਟ ਤੇ ਤੁਹਾਡਾ ਦੋਸਤ ਸ਼ੌਕੀ ਪ੍ਰਾਹੁਣਾ। ਨਾਜ਼ਰੀਨ ਕਿਤੇ ਐਸੀ ਵੈਸੀ ਗੱਲ ਹੋਵੇ ਪ੍ਰਾਹੁਣਾ ਉੱਥੇ ਨਾ ਪਹੁੰਚੇ ਕਦੀ ਹੋ ਹੀ ਨਹੀਂ ਸਕਦਾ। ਨਾਜ਼ਰੀਨ ਅੱਜ ਅਸੀਂ ਵਾਪਟਾ ਦੇ ਦਫ਼ਤਰ ਬਾਹਰ ਖੜੇ ਹਾਂ ਜਿੱਥੇ ਲੋਕ ਬੜਾ ਸ਼ੋਰ ਪਾ ਰਹੇ ਨੇ। ਕੋਈ ਕਹਿੰਦਾ ਮੈਨੂੰ ਬਿੱਲ ਲੱਗ ਕੇ ਆਇਆ, ਕੋਈ ਕਹਿੰਦਾ ਮੈਨੂੰ ਬਿੱਲ ਜ਼ਿਆਦਾ ਆਇਆ। ਔਰ ਨਾਜ਼ਰੀਨ ਤੁਹਾਨੂੰ ਪਤਾ ਇਹਨਾਂ ਨੂੰ ਬਿੱਲ ਪੜ੍ਹਨਾ ਵੀ ਨਹੀਂ ਆਉਂਦਾ। ਅੱਲਾ ਜ਼ਿੰਦਗੀ ਦੇਵੇ ਵਾਪਟਾ ਵਾਲਿਆਂ ਨੂੰ ਜਿਹੜਾ 20 ਸਾਲ ਤੋਂ ਘਰ ਬੰਦ ਦੇ ਬਾਹਰ ਤਾਲਾ ਲੱਗਾ ਉਹਦੇ ਥੱਲੇ ਵੀ ਬਿੱਲ ਸੁੱਟ ਕੇ ਚਲੇ ਜਾਂਦੇ ਨੇ ਵੀ ਘਰ ਹੀ ਕੋਈ ਨਹੀਂ, ਤੁਹਾਡਾ ਬਿੱਲ ਬਿੱਲੀ ਨੇ ਤਾਰਨਾ। ਆਓ ਮੇਰੇ ਨਾਲ ਪਤਾ ਤੇ ਕਰੀਏ ਜ਼ਰਾ। ਨਾਜ਼ਰੀਨ ਇਹਨਾਂ ਨਾਲ ਗੱਲ ਕਰਨੀ ਕਿ ਅਕਸਰ ਇਹਨਾਂ ਰੌਲਾ ਕਾਹਦਾ ਪਿਆ ਹੈ? ਖੈਰ ਨਾ ਖਲੋਤੇ ਜੀ ਇੱਥੇ। ਜਨਾਬ ਮੈਨੂੰ ਬਿੱਲ ਆਇਆ ਲੱਗ ਕੇ ਭਾਈ ਸ਼ੌਕੀ ਭਾਈ ਬਿੱਲ ਆ ਗਿਆ, ਲੱਗ ਕੇ ਆ ਗਿਆ ਬਿੱਲ ਭਾਈ। ਬਿੱਲ ਹਰ ਵਾਰੀ ਲੱਗ ਕੇ ਆ ਰਿਹਾ, ਬਿੱਲ ਜਾਂ ਇਸ਼ਤਿਹਾਰ ਤੁਹਾਨੂੰ ਲੱਗ ਕੇ ਆ ਰਿਹਾ? ਤੇਰੀ ਤਾਂ ਚੱਕ ਲੱਗੀ ਤੈਨੂੰ ਪਤਾ ਲੱਗ ਜਾਣਾ। ਤੁਸੀਂ ਸ਼ੌਕੀ ਪ੍ਰਾਹੁਣੇ ਦੀ ਇੱਕ ਲਾ ਰਹੇ ਹੋ, ਤੁਹਾਨੂੰ ਇੱਕ ਬੰਦੇ ਨੇ ਸਮਝਾਉਣਾ ਕਿ ਇਹ ਗਲਤ ਕਰ ਰਹੇ ਹੋ ਤੁਸੀਂ। ਅੱਛਾ ਮੋਹਤਰਮਾ ਤੁਸੀਂ ਇੱਥੇ ਖੈਰ ਨਾ ਖਲੋਤੇ ਹੋ? ਨਹੀਂ ਜਨਾਬ, ਖੈਰ ਨਾ ਕਿੱਥੇ ਖਲੋਤੇ ਆ ਸ਼ੌਕੀ ਪੁਰਾਣਾ ਜੀ। ਮੈਂ ਇੱਥੇ ਆਈ ਹਾਂ ਬਿੱਲ ਘੱਟ ਕਰਾਉਣ। ਤੇ ਕੀ ਬਣਿਆ? ਕੋਈ ਵੀ ਨਹੀਂ, ਹਜੇ ਤੇ ਲਾਈਨਾਂ ਦੇ ਵਿੱਚ ਲੱਗ ਕੇ ਮੱਤ ਵੱਜੀ ਹੈ। ਮੈਂ ਤਾਂ ਸਾਹ ਲੈਣ ਲਈ ਬਾਹਰ ਨਿਕਲੀ ਲਾਈਨ ਚੋਂ। ਅੱਛਾ ਜੀ, ਹਾਂਜੀ, ਇੰਨਾ ਤੇਜ਼ ਚੱਲਦਾ, ਇੰਨਾ ਤੇਜ਼ ਚੱਲਦਾ, ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਬਹੁਤ ਤੇਜ਼ ਮੀਟਰ ਚੱਲਦਾ ਹੈ। ਮੀਟਰ ਤੁਸੀਂ ਪਿੱਛੇ ਭੱਜੋ ਤੇ ਫੜਿਆ ਨਹੀਂ ਜਾਂਦਾ। ਮੀਟਰ ਇੱਕ ਕੁੱਤਾ ਜਿਹੜਾ ਫੜਿਆ ਨਹੀਂ ਜਾਂਦਾ। ਹਾਂਜੀ, ਕੁੱਤਾ ਤੇ ਬਿੱਲ ਜਮ੍ਹਾਂ ਕਰਾਉਣ ਆਇਆ। ਦੇਖੋ ਮੇਰੀ ਗੱਲ ਸੁਣੋ, ਲੜਾਈ ਝਗੜੇ ਦਾ ਕੋਈ ਫਾਇਦਾ ਨਹੀਂ। ਪਿਆਰ ਨਾਲ ਮੁਹੱਬਤ ਨਾਲ ਸਾਰੇ ਕੰਮ ਹੋ ਜਾਂਦੇ ਨੇ। ਤੁਹਾਨੂੰ ਕਿੰਨਾ ਕੁ ਬਿੱਲ ਲੱਗ ਕੇ ਆ ਗਿਆ ਦੱਸੋਗੇ? ਮੈਂ ਕਿਹਾ ਜੀ ਮੈਂ ਪਿਛਲੀ ਵਾਰੀ ਬਿੱਲ ਉਤਾਰਿਆ, ਮੈਨੂੰ ਲੱਗ ਕੇ ਆ ਗਿਆ। ਫਿਰ ਕਿੰਨੇ ਮਹੀਨਿਆਂ ਦਾ ਬਿੱਲ ਹੈ ਤੇ ਤੇਰਾ ਦੱਸੋ। ਜ਼ਿਆਦਾ ਨਹੀਂ ਹੈਗਾ, ਕੋਈ 4 ਮਹੀਨੇ ਦਾ ਬਿੱਲ। ਤੁਹਾਨੂੰ ਵੀ ਅਕਲ ਕਰਨੀ ਚਾਹੀਦੀ। ਜਦੋਂ 1 ਮਹੀਨੇ ਦਾ ਬਿੱਲ ਉਹਨੂੰ ਉਤਾਰੋਗੇ, ਗਵਰਨਮੈਂਟ ਨੂੰ ਪਤਾ ਹੋਏਗਾ ਖਜ਼ਾਨੇ 'ਚ ਕੀ ਆਂਡਿਆ, ਤੁਹਾਨੂੰ ਪਤਾ ਹੋਏਗਾ ਤੁਹਾਡੇ ਕੋਲੋਂ ਕੀ ਜਾ ਰਿਹਾ। ਜਦੋਂ 3-3 4-4 ਮਹੀਨੇ ਦਾ ਕਰਾਓਗੇ ਨਹੀਂ ਸਿਆਪਾ ਹੈ। ਕਿੱਥੋਂ ਤਾਰਨਾ, ਮਹਿੰਗਾਈ ਇੰਨੀ ਹੋ ਗਈ ਹੈ ਕਿ ਬਿੱਲ ਨਹੀਂ ਤਾਰ ਦਿੰਦਾ, ਬੱਚਿਆਂ ਦੀ ਫੀਸ ਦਿੱਤੀ ਜਾਂਦੀ ਹੈ। ਮੈਨੂੰ ਇਹਦੀ ਇਹ ਸਮਝ ਨਹੀਂ ਆਉਂਦੀ, ਇਹਦਾ ਬਿੱਲ ਵੀ ਜ਼ਿਆਦਾ ਫਿਰ ਲੁੱਡੀਆਂ ਪਾਉਂਦੇ ਆ। ਮੈਂ ਲੁੱਡੀ ਪਾਉਂਦਾ ਤੇ ਤੂੰ ਵੀ ਮੇਰੇ ਨਾਲ ਲੁੱਡੀ ਪਾ, ਸ਼ਾਇਦ ਤੈਨੂੰ ਵੀ ਕੋਈ ਦਵਾਂਦੀ ਚ ਮਿਲ ਜਾਏ। ਭਾਈ ਜਾਨ ਮੈਂ ਸ਼ੌਕੀ ਪ੍ਰਾਹੁਣਾ, ਮੈਂ ਹੁਣ ਲੁੱਡੀਆਂ ਪਾਉਂਦਾ ਅੱਛਾ ਲੱਗਣਾ ਹੈ? ਪਾ ਲਓ ਤੁਹਾਡੀ ਇੱਕ ਲੱਤ ਤੇ। ਦੇਖੋ ਮੋਹਤਰਮਾ ਗੱਲ ਗਲਤ ਹੈ। ਅਸੀਂ ਤੁਹਾਡਾ ਅਹਿਸਾਸ ਕਰ ਰਹੇ, ਤੁਹਾਡੇ ਨਾਲ ਪਿਆਰ ਕਰ ਰਹੇ, ਤੁਸੀਂ ਸ਼ੌਕੀ ਪ੍ਰਾਹੁਣੇ ਨੂੰ ਯੁਗਤਾਂ ਕਰ ਰਹੇ ਹੋ। ਇਦਾਂ ਨਾ ਕਰਿਆ ਤਾਂ ਹੋਰ ਕੀ ਕਰਾਂ ਵੇ। ਨਿੱਕੇ ਨਿੱਕੇ ਬੱਚਿਆਂ ਨੂੰ ਮੈਂ ਸਕੂਲੋਂ ਬਿੱਲ ਲੈ ਕੇ ਆਈ ਹਾਂ ਹੈ, ਉੱਥੋਂ ਮੈਂ ਸਿੱਧੀ ਇੱਧਰ ਬਿੱਲ ਠੀਕ ਕਰਾਉਣ ਆ ਗਈ ਹਾਂ। ਕੋਈ ਹੈ ਗੱਲ, ਉਹਨਾਂ ਦਾ ਟਿਊਸ਼ਨ ਦਾ ਟਾਈਮ ਹੋਇਆ, ਇੱਧਰ ਮੈਂ ਲੈਣਾ ਚ ਖਜਲ ਹੋਣ ਡਈ ਹਾਂ। ਸਭ ਦੇ ਨਿੱਕੇ ਨਿੱਕੇ ਬੱਚੇ ਹੁੰਦੇ ਕਿ ਸਾਡੇ ਬੱਚੇ 17 ਸਾਲਾਂ ਦੇ ਨੇ। ਹੈ ਨੇ, ਕਿਉਂ ਨਹੀਂ 70 ਸਾਲ ਦਾ ਨਾਲ ਤੇ ਤੇਰੇ ਖਲੋਤਾ। ਬਕਵਾਸ ਨਹੀਂ ਕਰੀ ਜਾਈਦੇ ਹੁੰਦੇ, ਮੈਂ ਤੇ ਆਪਣੇ ਕੰਮ ਆਇਆ ਹੈਗਾ। ਇਹਦਾ ਸ਼ਕਲ ਇਹਦਾ ਹੁਲੀਆ ਵੇਖੋ, ਲੱਗਦਾ ਨਹੀਂ ਮਾਨਚੈਸਟਰ ਦਾ ਜੋਗੀ ਹੈ। ਮਾਸ਼ਾਅੱਲਾ ਤੂੰ ਤੇ ਲਾਹੌਰ ਦਾ ਵੀ ਨਹੀਂ ਲੱਗਦਾ। ਮੇਰੀ ਗੱਲ ਸੁਣੋ, ਜਦੋਂ ਤੁਹਾਨੂੰ ਲੱਗ ਕੇ ਆਇਆ ਤੁਹਾਡਾ ਕੰਮ ਹੈ, ਪਹਿਲੇ ਮਹੀਨੇ ਨੂੰ ਤਾਰ ਦਿਓ। ਕਿਉਂ ਨਹੀਂ ਤਾਰਿਆ? ਕਿੱਥੇ ਤਾਰਿਆ ਸੀ? ਕਿੱਥੋਂ ਤਾਰਾ? ਨਹਿਰ 'ਚ ਬਿੱਲ ਤਾਰਿਆ ਮੈਂ। ਇਹ ਲੋ ਇੰਨੀ ਕਿਤੇ ਅਕਲ ਖੈਰ ਨਾ। ਨਹਿਰ 'ਚ ਬਿੱਲ ਤਾਰ ਕੇ ਅਦਾਰੇ ਨੂੰ ਪੁੱਛਣ ਡਿਆ ਕਿ ਮੈਨੂੰ ਫੇਰ ਲੱਗ ਕੇ ਆ ਗਿਆ। ਤੇ ਮੈਂ ਕੀ ਕਰਾਂ, ਮੈਨੂੰ ਕਿਹੜਾ ਪਤਾ ਲੱਗਦਾ ਹੈਗਾ। ਮੈਂ ਤੈਨੂੰ ਕਿਹਾ ਸੀ ਟਾਈਮ ਨਾਲ ਬਿੱਲ ਤਾਰ ਦੇ, ਤਰ ਜਾਏਗਾ। ਆ ਸਹੀ ਗੱਲ ਹੈ ਜੀ। ਅੱਜ ਕੱਲ੍ਹ ਪਾਕਿਸਤਾਨ 'ਚ ਉਹੀ ਤਰਦਾ ਜਿਹਦਾ ਮਹੀਨੇ ਬਾਅਦ ਬਿੱਲ ਤਰਦਾ ਹੈ। ਬਿੱਲ ਤਾਰਨਾ ਚਾਹੀਦਾ, ਇਹ ਗਵਰਨਮੈਂਟ ਦੇ ਖਜ਼ਾਨੇ 'ਚ ਜਾਣਾ ਚਾਹੀਦਾ। ਤੁਸੀਂ ਬਾਲਿਆ ਨਹੀਂ ਜਾਂ ਤੁਹਾਡੇ ਪੱਪੜ ਲੱਗੇ ਇੱਥੇ। ਅੱਛਾ ਇਹ ਕੀ ਹੈ? ਇਹ ਕੀ ਫੜਿਆ ਜਨਾਬ? ਇਹ ਮੇਰੀ ਦੁਕਾਨ ਦਾ ਹਿਸਾਬ ਹੈਗਾ। ਕਾਹਦੀ ਦੁਕਾਨ ਹੈ ਜੀ? ਪਰਚੂਨ ਦੀ ਦੁਕਾਨ ਨੇ ਭਾਈ ਜੀ। ਭਾਈ ਜੀ ਪਰਚੂਨ ਦੀ ਦੁਕਾਨ ਦਾ ਜਿਹੜਾ ਬਿੱਲ ਹੈ, ਜਿਹੜਾ ਦੁਕਾਨਾਂ ਦਾ ਬਿੱਲ ਹੈ, ਉਹ ਕਮਰਸ਼ੀਅਲ ਹੁੰਦਾ ਹੈ। ਕੀ ਸਮਝਦੇ ਹੋ? ਉਹ ਜ਼ਿਆਦਾ ਹੁੰਦਾ। ਇਹ ਗੱਲਾਂ ਜ਼ਿਹਨ 'ਚ ਰੱਖਿਆ ਕਰੋ। ਇਹ ਤੇ ਸਾਨੂੰ ਪਤਾ ਹੀ ਨਹੀਂ ਕਮਰਸ਼ੀਅਲ ਹੁੰਦਾ ਕਿ ਨਾਨ ਕਮਰਸ਼ੀਅਲ ਹੁੰਦਾ। ਅੱਛਾ ਜੀ, ਜਿਹੜਾ ਤੁਹਾਡਾ ਮੀਟਰ ਹੈ ਉਹ ਕੰਨ ਤੇ ਲੱਗਾ ਹੈ? ਨਹੀਂ ਜੀ, ਸਾਡਾ ਮੀਟਰ ਗੱਲੀ ਲੱਗਾ ਹੈ। ਮੇਰਾ ਮੀਟਰ ਜਨਾਬ ਨੁੱਕਰ 'ਚ ਲੱਗਾ। ਤੁਹਾਡਾ ਮੀਟਰ ਜੀ? ਹਮਸਾਇਆਂ ਦੇ ਨਾਲ ਲੱਗਾ ਹੈ ਜੀ। ਮਾਸ਼ਾਅੱਲਾ ਤੁਹਾਡਾ ਜਿਹੜਾ ਮੀਟਰ ਹੈ ਉਹ ਤੇ ਆਵਾਮ ਨਾਲ ਬਹੁਤੇ ਕੰਮ ਕਰਨ ਡਿਆ, ਜਿੱਥੇ ਵੇਖੋ ਉਹ ਹੀ ਲੱਗਾ ਹੈ। ਮੀਟਰ ਇੱਕ ਸਾਡਾ ਸਾਲਾ ਹੈ। ਕੀ ਕਰ ਰਹੇ ਹੋ ਤੁਸੀਂ? ਮੀਟਰ ਦੇ ਬਾਰੇ ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ। ਜਿੱਦਣ ਮੀਟਰ ਦਾ ਬਿੱਲ ਜ਼ਿਆਦਾ ਆਇਆ ਨਾ, ਤੁਹਾਡਾ ਮੀਟਰ ਘੁੰਮ ਜਾਣਾ। ਇਹ ਬਿੱਲ ਜ਼ਿਆਦਾ ਆਂਦਾ ਤੇ ਮੈਂ ਆਣਾ ਵਾ, ਨਹੀਂ ਤੇ ਮੈਂ ਇੱਥੇ ਕੀ ਆਣ ਲੈਣ ਆਣਾ, ਅੰਬ ਲੈਣ ਆਣਾ। ਮਾਸ਼ਾਅੱਲਾ ਇਹੋ ਜਿਹੇ ਬੰਦੇ ਨੇ ਰੋਟੀ ਨਾ ਵੀ ਖਾਧੀ ਹੋਵੇ, ਕੋਈ ਬੰਦਾ ਪੈਸਾ ਨਹੀਂ ਦਿੰਦਾ ਕਿ ਯਾਰ ਉਹ ਤੇ ਲੁੱਡੀਆਂ ਪਾਉਣ ਡਿਆ। ਹਾਂਜੀ। ਅੱਛਾ ਜਿਹੜਾ ਮੀਟਰ ਤੁਹਾਡਾ ਕੰਧ ਨਾਲ ਲੱਗਾ ਜਾਂ ਕਿਸ ਤਰ੍ਹਾਂ ਲੱਗਾ? ਦੇਖੋ ਜੀ, ਇੰਨਾ ਕੰਧ ਨਾਲ ਲੱਗਾ ਜੇ, ਇਤਨਾ ਕਿਸੇ ਚੀਜ਼ ਨਾਲ ਲੱਗਾ। ਸਾਡੇ 3 ਘਰ ਅਸੀਂ ਇਕੱਠੇ ਰਹਿੰਦੇ ਆ। ਅੱਛਾ ਜੀ। ਹਾਂਜੀ, ਕਿਸੇ ਕੋਈ ਆਪਣੇ ਕੰਨ ਨਾਲ ਲਾਣ ਹੀ ਨਹੀਂ ਦਿੰਦਾ। ਵਜ੍ਹਾ? ਅਸੀਂ ਫਿਰ ਇਸ ਤਰ੍ਹਾਂ ਕੀਤਾ, ਅਸੀਂ ਰੱਸੀ ਬੰਨ ਕੇ ਨਾ, ਇੱਕ ਰੱਸੀ ਉਧਰ ਬੰਨੀ, ਇੱਕ ਉਧਰ ਬੰਨੀ, ਵਿੱਚ ਘਰ ਮੀਟਰ ਲੱਗਾ। ਦੇਖੋ ਬਹੁਤ ਬੁਰੀ ਗੱਲ ਹੈ, ਤੁਸੀਂ ਰੱਸੀਆਂ ਨਾਲ ਮੀਟਰ ਬੰਨਿਆ, ਕੋਈ ਬੰਦਾ ਥੱਲੇੋਂ ਦੀ ਲੰਘੇ ਮੀਟਰ ਡਿੱਗ ਪਵੇ, ਮੇਨ ਤਾਰ ਉੱਤੇ ਡਿੱਗ ਪਏ, ਨੁਕਸਾਨ ਹੈ। ਲੋ ਐਡਾ ਇਹਦਾ ਕਾਰਨ ਨੁਕਸਾਨ ਹੈ। ਕੀ ਹੋਇਆ? ਹਾਂਜੀ, ਉਹਨਾਂ ਕੋਲ ਘੁੰਮ ਘੁੰਮ ਕੇ ਕਦੀ ਉਹਨਾਂ ਲੈ ਜਾਂਦੇ ਨੇ, ਕਦੀ ਸਾਡੇ ਲੈ ਆਉਂਦੇ ਨੇ। ਸਾਰਾ ਨੁਕਸਾਨ ਹੈ ਮੀਟਰ ਦਾ। ਬੰਦਾ ਪੁੱਛੇ, ਲੋਕੀ ਉੱਥੋਂ ਨਾ ਲੰਘਣ, ਪਰ ਉੱਥੋਂ ਹੀ ਲੰਘ ਜਾਣ। ਮਾਸ਼ਾ ਤੇ ਅੱਬੇ ਦੀ ਗਲੀ ਹੈ, ਉੱਥੋਂ ਹੀ ਲੰਘਣਾ ਹੈਗਾ, ਪਰ ਨਹੀਂ ਲੰਘ ਜਾਓ। ਯਾਨੀ ਲੋਕ ਗਲੀ ਛੱਡ ਦੇਣ, ਤੁਸੀਂ ਆਪਣੀ ਆਕੜ ਨਾ ਛੱਡਣਾ। ਤੇ ਤੁਸੀਂ ਆਪਣਾ ਮੈਕ ਨਹੀਂ ਛੱਡਦੇ ਤੇ ਅਸੀਂ ਆ ਕਰਕੇ ਨਾ ਛੱਡੀਏ। ਦੇਖੋ ਜੀ ਸ਼ੌਕੀ ਪ੍ਰਾਹੁਣਾ, ਜਿੱਥੇ ਕੋਈ ਐਸੀ ਵੈਸੀ ਗੱਲ ਹੋਗੀ, ਪ੍ਰਾਹੁਣੇ ਦਾ ਪਹੁੰਚਣਾ ਬਹੁਤ ਜ਼ਰੂਰੀ ਹੈ ਉੱਥੇ। ਤੂੰ ਪਰਾਉਣਾ ਕਦ ਬੇਫਜ਼ੂਲ ਜਿਹਾ ਪਰਾਉਣਾ, ਤੂੰ ਪਰਾਉਣਾ ਬਣ ਜਾਂਦਾ। ਤੈਨੂੰ ਕਿਸੇ ਨੇ ਸੱਦਿਆ ਵੀ ਨਹੀਂ ਤੇ ਤੂੰ ਪਰਾਉਣਾ ਬਣ ਗਿਆ ਹੈਗਾ। ਇਹ ਬੰਦਾ ਗੱਲ ਕਰੇ ਨਾ ਤੇ ਭਾਬੀ ਇਹਦੇ ਕੋਲ ਨਹੀਂ ਬਹਿੰਦੀ ਕਿ ਅੱਖ ਚੁੰਗਲ ਨਾ ਮਾਰ ਦੇਵੇ, ਕਿੱਥੇ ਬੈਠੀ ਹੈ, ਕੀ ਕਰਨ ਡਈ ਹੈ। ਇਹ ਮੇਰੇ ਘਰ ਪੱਲਾ ਕਿਉਂ ਨਹੀਂ ਆਂਦਾ ਸ਼ੌਕੀ? ਕਿਉਂ ਨਹੀਂ ਆਂਦਾ ਜੀ? ਇਹ ਮੇਰੀ ਬੁੱਢੀ ਦਾ ਭਰਾ ਹੈ ਤੇ ਨਾਰਾਜ਼ ਰਹਿੰਦਾ ਤਾਂ ਨਹੀਂ ਆਉਂਦਾ।
ਸ਼ੌਕੀ ਪ੍ਰਾਹੁਣੇ ਨੂੰ ਤੁਸੀਂ ਰਿਸ਼ਤੇਦਾਰੀ 'ਚ ਦਲੀਲ ਕਰ ਲਿਆ। ਨਾ ਤੂੰ ਉਹਦੇ ਘਰ ਜਾਣਾ ਨਾ ਆਪਣੇ ਘਰ ਜਾਣਾ, ਦੋਵੇਂ ਗਰਾਊਂਡ 'ਚ ਰਹਿੰਦੇ ਤੇ ਲੜਾਈ ਕਾਦੀ? ਤੈਨੂੰ ਬੜਾ ਗਰਾਊਂਡ ਦਾ ਪਤਾ, ਤੂੰ ਲੇਡੀ ਸਹੀ ਆ ਤੇ ਸਲਿੱਪ ਤੇ ਖਲੋਨੀ ਆ। ਨਹੀਂ ਦਰਅਸਲ ਮੈਂ ਆਪਣੀ ਗਰਾਊਂਡ ਬਣਾਉਣੀ ਚਾਹਨੀ ਆ। ਅੱਛਾ ਜੀ, ਹਾਂਜੀ। ਗਰਾਊਂਡ ਅੱਜ ਕੱਲ ਇਸ ਵਤਨ 'ਚ ਉਹਦੀ ਬਣਦੀ ਹੈ ਜਿਹਦਾ ਕਾਰੋਬਾਰ ਸੈੱਟ ਹੈ। ਇਹ ਗੱਲਾਂ ਨਾ ਕਰੋ, ਹਰ ਜਗ੍ਹਾ ਤੇ ਗਰਾਊਂਡ ਬਣੀ ਹੈ, ਤੁਸੀਂ ਘਰੋਂ ਨਿਕਲੋ ਤੇ ਪਤਾ ਲੱਗੇ। ਇਹਨੂੰ ਸਾਰੀ ਗਰਾਊਂਡਾਂ ਦਾ ਪਤਾ, ਦਿਨੇ ਫੁੱਟਬਾਲ ਵੇਚਣਾ ਹੋਏ। ਬਹੁਤ ਅੱਛੇ, ਇੱਕ ਵੇਚਿਆ ਸੀ ਉਹ ਫਟ ਗਿਆ। ਤੂੰ ਸ਼ੌਕੀ ਪ੍ਰਾਹੁਣੇ ਨਾਲ ਜ਼ਿਆਦਤੀ ਕਰ ਰਿਹਾ। ਮੈਂ ਸੋਹਣੇ ਤੇਰੇ ਨਾਲ ਹੱਲੇ ਹੋਰ ਵੀ ਜ਼ਿਆਦਤੀ ਕਰਨੀ ਹੈ। ਪੜਿਆ ਲਿਖਿਆ ਜੋਗੀ ਨਹੀਂ ਹੁੰਦਾ, ਬੀਨ ਨਹੀਂ ਵਜਾਉਂਦਾ, ਸੱਪ ਨੂੰ ਕਹਿੰਦਾ ਕਮ ਹੇਰ ਕਮ ਹੇਰ। ਔਰ ਕੈਸੀ ਗੱਲ ਹੈ, ਸੱਪ ਮੈਕ ਫੜ ਕੇ ਆ ਗਿਆ। ਤੁਸੀਂ ਸ਼ੌਕੀ ਪ੍ਰਾਹੁਣੇ ਦੇ ਵਜ਼ੀਰ ਚੜਾਈਆਂ ਕਰ ਰਹੇ ਹੋ, ਪ੍ਰਾਹੁਣਾ ਆ ਗਿਆ, ਇਹ ਗੱਲ ਬੁਰੀ ਹੈ ਫਿਰ। ਕਰਾਉਣਾ ਹੈ ਕਿ ਬੰਦਾ ਪੁੱਛੇ ਪੌੜੀ ਹੈ ਜਿਹੜਾ ਅਸੀਂ ਚੜਾਈ ਕਰਨੇ ਪਏ। ਕੀ ਕਹਿ ਰਹੇ ਹੋ ਮਤਲਬ? ਮੈਂ ਕਿਹਾ ਸੱਪਾਂ ਨੂੰ ਸੱਪਾਂ ਦੇ ਰਾਹ ਹੁੰਦੇ ਨੇ, ਇੱਕ ਸੱਪ ਬੰਨ 100 ਸੱਪ ਤਿਆਰ। ਅੱਛਾ ਜੀ, ਤੁਸੀਂ ਇਹ ਦੱਸੋ ਕਿ ਕੀ ਮਸਲਾ, ਬਿੱਲ ਕਿਉਂ ਨਹੀਂ ਤਰ ਰਿਹਾ? ਬਿੱਲ ਮੈਂ ਕਿਸ ਤਰ੍ਹਾਂ ਤਾਰਾਂ, ਮੇਰੇ ਕੋਲ ਪੈਸਾ ਹੀ ਨਹੀਂ ਹੁੰਦਾ, ਮੈਂ ਕਿੱਥੋਂ ਤਾਰਾਂ? ਅੱਛਾ, ਬਿੱਲ ਤੁਹਾਡਾ ਇਕੱਠਾ ਹੀ ਨਹੀਂ ਹੁੰਦਾ? ਨਹੀਂ ਬਿੱਲ ਇਕੱਠਾ, ਬਿੱਲ ਕਿ ਸਾਡੇ ਫੁੱਫੜ ਨੇ ਜਿਹੜੇ ਇਕੱਠੇ ਨਹੀਂ ਹੁੰਦੇ। ਬਿੱਲ ਕਿਉਂ ਨਹੀਂ ਇਕੱਠਾ ਹੁੰਦਾ? ਕੋਈ ਬੰਦਾ ਪਾੜ ਕੇ ਤੁਹਾਡੇ ਵਿਹੜੇ ਹੀ ਸੁੱਟ ਜਾਂਦਾ, ਫਿਰ ਦੁਬਾਰਾ ਇਕੱਠਾ ਨਹੀਂ ਹੁੰਦਾ ਜੀ। ਇੱਕ ਘਰ 'ਚ 5 ਭਰਾ ਰਹਿੰਦੇ, ਉਹ ਇਕੱਠੇ ਨਹੀਂ ਹੁੰਦੇ ਤੇ ਬਿੱਲ ਕਿੱਥਾ ਇਕੱਠਾ ਹੋਣਾ? ਬਿੱਲ ਜਦੋਂ ਵੀ ਇਕੱਠਾ ਹੋਇਆ ਜੀ ਸਰਦੀਆਂ 'ਚ ਹੀ ਹੋਇਆ, ਉਹ ਕਿਵੇਂ ਜੀ? ਉਹ ਠੰਡ ਨਾਲ ਹੀ ਇਕੱਠਾ ਹੋ ਜਾਂਦਾ। ਇਹ ਗੱਲ ਤੇ ਤੁਹਾਡੀ ਠੀਕ ਹੈ, ਸਹੀ ਕਹਿ ਰਹੇ ਨੇ, ਸਰਦੀਆਂ 'ਚ ਤੁਹਾਡਾ ਯੂਨਿਟ ਘੱਟ ਬਲਦੇ ਨੇ, ਇਸ ਲਈ ਬਿੱਲ ਇਕੱਠਾ ਜਲਦੀ ਹੋ ਜਾਂਦਾ ਹੈ। ਅੱਜ ਜਦੋਂ ਥੋੜਾ ਆਏਗਾ ਤਾਂ ਫਿਰ ਇਕੱਠਾ ਵੀ ਤਾਂ ਹੋਏਗਾ ਹੀ ਨਾ। ਹਾਂਜੀ ਸਾਡੇ ਮਹੱਲੇ ਤੇ ਬੜਾ ਇਕੱਠਾ ਹੁੰਦਾ ਜੀ। ਅੱਛਾ ਜੀ, ਜਦੋਂ ਮੀਟਰ ਕੱਟਣ ਆਉਂਦੇ ਨੇ ਪੂਰਾ ਮਹੱਲਾ ਇਕੱਠਾ ਹੋ ਜਾਂਦਾ। ਉਧਰ ਮੀਟਰ ਇਕੱਠਾ ਹੋ ਜਾਂਦਾ, ਮੀਟਰ ਇਕੱਠਾ ਹੁੰਦਾ ਤਾਂ ਫਿਰ ਸਾਡਾ ਬਿੱਲ ਇਕੱਠਾ ਹੋ ਜਾਂਦਾ। ਜਦੋਂ ਬਿੱਲ ਇਕੱਠਾ ਹੋ ਜਾਂਦਾ ਸਾਡੇ ਪੂਰੇ ਰਿਸ਼ਤੇਦਾਰ ਇਕੱਠੇ ਹੋ ਜਾਂਦੇ ਨੇ। ਇਕੱਠੇ ਹੋ ਕੇ ਫਿਰ ਅਸੀਂ ਦਫ਼ਤਰ ਆਉਂਦੇ ਆ, ਇੱਥੇ ਆਣ ਕੇ ਤੇ ਅਸੀਂ ਐਪਲੀਕੇਸ਼ਨ ਦਿੰਦੇ ਆ, ਅੱਗੋਂ ਸਾਰੇ ਅਫਸਰ ਇਕੱਠੇ ਹੋ ਜਾਂਦੇ ਨੇ। ਮੇਰੀ ਗੱਲ ਸੁਣ। ਜਦੋਂ ਅਫਸਰ ਇਕੱਠੇ ਹੋ ਜਾਂਦੇ ਨੇ ਹਾਂ। ਸਾਡਾ ਬਿੱਲ ਘਟ ਜਾਂਦਾ, ਅਸੀਂ ਖੁਸ਼ੀ ਨਾਲ ਹੀ ਘਰ ਇਕੱਠੇ ਨਿਕਲ ਜਾਂਦੇ ਆ। ਮੇਰੀ ਗੱਲ ਸੁਣ, ਜਿੱਡੀ ਤੇਰੀ ਲੰਮੀ ਗੱਲ ਨਾ, ਅਸੀਂ ਕਿਸ ਦਿਨ ਇੱਥੇ ਇਕੱਠੇ ਹੋ ਕੇ ਆਵਾਂਗੇ ਤੇ ਸੁਣਾਈ ਸਾਨੂੰ। ਮੈਂ ਕਹਿੰਦਾ ਇਕੱਠੇ ਦੋਵੇਂ ਮੇਰੀ ਗੱਲ ਸੁਣ ਲਓ ਤਾਂ ਚੰਗਾ। ਤੁਸੀਂ ਕੀ ਜੀ? ਤੁਸੀਂ 24 ਘੰਟੇ ਇਕੱਠੇ ਰਹਿੰਦੇ ਹੋ, ਤੁਸੀਂ ਕੀ ਫੁੱਫੀਆਂ ਤੇ ਪੁੱਤਰ? ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਇਹ ਕਹਿਣਾ ਚਾਹ ਰਿਹਾ ਵਾਂ ਕਿ ਤੁਹਾਨੂੰ ਬਿੱਲ ਜਿਹੜਾ ਨਾ, ਤੁਹਾਨੂੰ ਤੁਸੀਂ ਆਪਣੇ ਯੂਨਿਟ ਚੈੱਕ ਕਰ ਦਿਓ ਬਾਹਰੋਂ। ਲਓ ਇੰਨੇ ਪੜ੍ਹੇ ਲਿਖੇ ਹੁੰਦੇ ਤਾਂ ਚਾਹੀਦਾ ਕੀ ਸੀ, ਫਿਰ ਅਸੀਂ ਵੀ ਅਫਸਰ ਨਾ ਹੁੰਦੇ। ਮਾਸ਼ਾਅੱਲਾ, ਤੇ ਹਰ ਬੰਦਾ ਕੰਮ ਜਾਦੂ ਨਾ ਕਰਦਾ ਨਾ। ਯੂਨਿਟ ਵੇਖਦੇ ਨੇ ਕਿੰਨੇ ਬੜੇ ਨੇ, ਨਾ ਬਾਹਰੋਂ ਮੀਟਰ ਵੇਖਦੇ ਨੇ, ਅਦਾਰੇ ਤੇ ਆ ਕੇ ਰੋਈ ਜਾਂਦੇ ਨੇ। ਤੁਹਾਨੂੰ ਬਿੱਲ ਪੜ੍ਹਨਾ ਹੀ ਨਹੀਂ ਆਉਂਦਾ, ਤੁਹਾਨੂੰ ਕਿਵੇਂ ਪਤਾ ਬਿੱਲ ਕਿੰਨਾ ਆਇਆ? ਬਿੱਲ ਪੜ੍ਹਨਾ ਆਂਦਾ ਹੋਵੇ ਤੇ ਅਸੀਂ ਅਫਸਰ ਨਾਲ ਲੱਗ ਜਾਂਦੇ। ਇਸੇ ਲਈ ਤੇ ਅਸੀਂ ਖੱਜਲ ਹੁੰਦੇ ਪਏ ਆਪਣੀਆਂ ਅਨਪੜ੍ਹ ਵਜ੍ਹਾ ਤੋਂ। ਦੇਖੋ ਸਰ, ਅਨਪੜ੍ਹ ਹੋਣਾ ਜਿਹੜਾ ਨਾ ਉਹ ਕਸੂਰ ਨਹੀਂ ਹੈ, ਨਲਾਇਕ ਹੋਣਾ ਕਸੂਰ ਹੈ। ਤੁਸੀਂ ਨਾਲ ਦੇ ਬੰਦੇ ਕੋ ਪੜ੍ਹਾ ਸਕਦੇ ਹੋ। ਨਹੀਂ ਨਲਾਇਕ ਤੇ ਤੂੰ ਹੈਗਾ ਹੈ। ਅੱਛਾ ਜੀ, ਇਹ ਦੱਸੋ ਤੁਹਾਡਾ ਬਿੱਲ ਆਖਿਰ ਕਿਉਂ ਨਹੀਂ ਘਟ ਰਿਹਾ? ਬਿੱਲ ਕਿਸ ਤਰ੍ਹਾਂ ਕੱਟੇਗਾ ਸ਼ੌਕੀ ਪ੍ਰਾਹੁਣੇ ਭਾਈ? ਕੀ ਹੋਇਆ? 7 ਭਰਾ ਹੈ ਤੇ ਬਿੱਲ ਕੋਈ ਵੀ ਨਹੀਂ ਦਿੰਦਾ। ਯਾਨੀ 7 ਭਰਾ ਨੇ ਤੇ ਬਿੱਲ ਕੋਈ ਵੀ ਨਹੀਂ ਦਿੰਦਾ। ਬਿਲਕੁਲ ਅੱਲਾ ਦੀ ਰਹਿਮਤ ਨਾਲ ਸਾਰੇ ਵਿਹਲੇ ਲੱਗੇ ਨੇ। ਖੁਸ਼ ਨਸੀਬ ਆਦਮੀ ਹੈ ਤੂੰ। ਕਿਸੇ ਦੇ ਭਰਾ ਕਿਤੇ ਲੱਗੇ ਨੇ, ਕਿਸੇ ਦੇ ਕਿਤੇ ਲੱਗੇ ਨੇ, ਤੇਰੇ 7 ਭਰਾ ਹੀ ਮਹੱਲੇ 'ਚ ਵਿਹਲੇ ਲੱਗੇ ਨੇ। ਮੈਂ ਤਾਂ ਪਰਸੋਂ ਵੇਖੇ ਨੇ ਉਹ ਬਰਫ਼ ਤੇ ਲੱਗੇ ਨੇ। ਮੇਰੇ ਭਰਾ ਨੇ ਕਿ ਮਿੱਠੇ ਨੇ ਜਿਹੜੇ ਬਰਫ਼ ਤੇ ਲੱਗੇ ਨੇ। ਅੱਛਾ, ਇਹਨਾਂ ਦੇ ਭਰਾ ਨੇ ਜਾਂ ਲਾਸ਼ਾਂ ਨੇ ਜਿਹੜੇ ਬਰਫ਼ 'ਚ ਲੱਗੇ ਨੇ? ਬਹੁਤ ਅੱਛੇ, ਮੇਰੇ ਭਰਾ ਮੁਰਦੇ ਖਾਨੇ ਲੱਗੇ ਨੇ। ਫਿਰ ਤੇ ਮੈਂ ਸਮਝ ਲਓ ਕਿ ਦਾਤ ਹੀ ਲੱਗੇ ਨੇ। ਭਰਾ ਨੇ ਕਿ ਜੂਏ ਦੀ ਤਾਸ਼ ਤੇ ਲੱਗੇ ਨੇ। ਮਾਸ਼ਾਅੱਲਾ, ਤੁਹਾਡੇ ਭਰਾ ਨੇ ਜਾਂ ਇਸ਼ਤਿਹਾਰ ਨੇ ਡਰਾਮੇ ਦੇ ਜਿਹੜੇ ਜਗ੍ਹਾ ਜਗ੍ਹਾ ਲੱਗੇ ਨੇ? ਮੈਂ ਕਿ ਤੁਹਾਡੇ ਅੱਬਾ ਜੀ ਦੀ ਤਸਵੀਰ ਹੈ ਜਿਹੜੇ ਲੱਗੇ ਨੇ। ਹਾਂ ਇਹਦੇ ਤਾਂ 7 ਭਰਾ ਮਿੱਟੀ ਪੁੱਟਣ ਤੇ ਲੱਗੇ ਨੇ। ਅੱਛਾ ਜੀ, ਮਿੱਟੀ ਭਲਾ ਕਿਉਂ ਪੁੱਟਦੇ? ਕਿਉਂ ਜੀ? ਇਹਨੂੰ ਦਫਨਾਉਣਾ ਜੋ ਹੈਗਾ। ਅੱਛਾ, 100 ਫੁੱਟ ਥੱਲੇ ਮਿੱਟੀ ਪੁੱਟਣਾ ਤੇ ਥੱਲੇ ਇਹੋ ਜਿਹੀਆਂ ਚੀਜ਼ਾਂ ਨਿਕਲਦੀਆਂ। ਤੇ ਜ਼ਮੀਨ 'ਚੋਂ ਹਮੇਸ਼ਾ ਖਜ਼ਾਨਾ ਹੀ ਨਿਕਲਦਾ। ਤੇ ਥੋੜੀ ਜਿਹੀ ਪੁੱਟਣ ਤੇ ਇਹੋ ਜਿਹੇ ਠੂਵੇਂ ਨਿਕਲਦੇ ਨੇ। ਅੱਛਾ, ਗੱਲ ਕਰਦਾ ਲੱਗਦਾ ਨਾਲ ਕੁਝ ਕਾਂਡ। ਕਿਉਂਕਿ ਤੂੰ ਖਾਦਾ ਵੀ ਹੋਵੇ ਤਾਂ ਲੱਗਣਾ ਭੁੱਖਾ ਬੈਠਾ ਹੈ। ਸ਼ੌਕੀ ਪ੍ਰਾਹੁਣੇ ਨਾਲ ਬਦਤਮੀਜ਼ੀ ਨਾ ਕਰ, ਖਲੋ ਕੇ ਗੱਲਾਂ ਕਰ ਬਸ। ਮੈਂ ਗੱਲਾਂ ਕਰਨੇ, ਹੋਰ ਮੈਂ ਤੇਰੀ ਟੈਂਡਾ ਕਰਨੇ ਆ। ਅੱਛਾ, ਮੇਰੇ ਨਾਲ ਗੱਲ ਕਰ, ਉਹਦੇ ਨਾਲ ਗੱਲ ਕਰ। ਟੈਂਡ ਕਰਨ ਲਈ ਮਸ਼ੀਨ ਵੇਖੀ ਹੂੰ? ਨਹੀਂ। ਉਂਝ ਦੀ ਸ਼ਕਲ ਹੀ। ਵਾਹ ਜੀ ਵਾਹ। ਆਹ ਪੁੱਟਣ ਵਾਲਾ ਦਮੂਸਾ ਵੇਖਿਆ? ਦੇਖਿਆ ਜੀ। ਉਂਝ ਦੀ ਸ਼ਕਲ ਹੈ ਤੇਰੀ। ਤੁਸੀਂ ਕਦੀ ਸਾਦਕਾਬਾਦ ਦੀ ਲੋਕਲ ਗੱਡੀ 'ਚੋਂ ਮੁਸਾਫਰ ਉਤਰਦਾ ਵੇਖਿਆ? ਵੇਖਿਆ। ਉਂਝ ਦੀ ਸ਼ਕਲ ਹੈ ਤੁਹਾਡੀ। ਤੁਸੀਂ ਕਦੀ ਗੱਡੀ ਦੇ ਟਾਇਰ ਚੱਟਣ ਵਾਲਾ ਕੁੱਤਾ ਵੇਖਿਆ? ਨਹੀਂ ਜੀ। ਉਂਝ ਦੀ ਸ਼ਕਲ ਹੈ ਤੇਰੀ। ਆਹ ਨਵੀਂ ਕਾਰ ਲਈ ਹੈ ਨਾ ਜੀ, ਜੀ ਡੈਸ਼ਬੋਰਡ ਤੇ ਦਾ ਕੁੱਤਾ ਪਿਆ ਹੁੰਦਾ ਨਾ, ਜੀ ਜੀ ਪਿਆ ਹੁੰਦਾ। ਉਂਝ ਦੀ ਸ਼ਕਲ ਹੈ ਤੇਰੀ। ਨਵੀਂ ਗੁਹਾਟੀ ਚੱਪਲ ਲਵੋ ਨਾ ਭਾਈ ਜੀ, ਜੀ ਜੀ। ਜਿਹਦੇ ਚੋਂ ਬੱਕਲ ਬੰਦ ਨਹੀਂ ਹੁੰਦਾ। ਆਹੋ, ਉਂਝ ਤੇ ਬਕਸੂਵੇ ਵਰਗੀ ਸ਼ਕਲ ਹੈ ਤੁਹਾਡੀ। ਸ਼ੌਕੀ ਪ੍ਰਾਹੁਣੇ ਨੂੰ ਤੁਸੀਂ ਤੇ ਬਕਸੂਆ ਹੀ ਕਰ ਦਿੱਤਾ ਫੜ ਕੇ। ਇਹ ਕਦੀ ਸਰੋਂ ਦਾ ਤੇਲ ਤੁਸੀਂ ਲੈਣ ਗਏ ਹੋ? ਹਾਂਜੀ। ਇੱਕ ਬੰਦਾ ਪਲੀ ਚੇਂਜ ਕਰਕੇ ਨਹੀਂ ਪਾਉਂਦਾ? ਹਾਂਜੀ। ਉਸ ਪਲੀ ਵਰਗੀ ਸ਼ਕਲ ਹੈ ਤੁਹਾਡੀ। ਤੁਸੀਂ ਨਾਰਾਜ਼ ਸਾਰਾ ਵੇਖਿਆ ਕਦੀ? ਨਹੀਂ ਜੀ। ਉਂਝ ਦੀ ਸ਼ਕਲ ਹੈ ਤੇਰੀ। ਮੈਂ ਕਿਹਾ ਤੁਸੀਂ ਕਦੀ ਛੱਪੜ ਵੇਖਿਆ? ਦੇਖਿਆ ਜੀ। ਛੱਪੜ ਚੋਂ ਜਿਹੜਾ ਡੱਡੂ ਮੱਛੀ ਨਿਕਲਦੀ ਉਹਦੇ ਵਰਗੀ ਸ਼ਕਲ ਹੈ ਤੁਹਾਡੀ। ਤੁਸੀਂ ਕਦੀ ਸ਼ੌਕੀ ਪ੍ਰਾਹੁਣਾ ਵੇਖਿਆ ਡੇਲੀ ਪਾਕਿਸਤਾਨ ਤੇ? ਵੇਖਿਆ ਜੀ। ਉਂਝ ਦੀ ਸ਼ਕਲ ਹੈ ਮੇਰੀ। ਅਸਤਗਫਾਰ ਪੜਿਆ ਕਰੋ, ਬਹੁਤ ਬੁਰੀ ਸ਼ਕਲ ਹੈ ਤੁਹਾਡੀ। ਅੱਛਾ ਜੀ। ਅੱਛਾ ਜੀ, ਕਾਮੇਡੀ ਤੇ ਬਹੁਤ ਹੋ ਗਈ। ਇਹ ਦੋਵੇਂ ਕੌਣ ਨੇ? ਇਹ ਮੇਰੇ ਬੱਚੇ ਨੇ ਜੀ। ਅੱਛਾ ਬੇਟਾ, ਤੁਹਾਡੇ ਮਹੱਲੇ ਬਿਜਲੀ ਆਉਂਦੀ ਹੈ? जी अंकल आती है जी अंकल आती है। ਬੜੀ ਗੱਲ ਹੈ ਜੀ, ਬੱਚਾ ਕਿੰਨਾ ਕੁ ਖੁਸ਼ਹਾਲ ਹੈ। ਇੱਕ ਗੱਲ ਪੁੱਛੋ, 2 ਵਾਰੀ ਕਹਿੰਦਾ ਅੰਕਲ ਆਤੀ ਹੈ, ਅੰਕਲ ਆਤੀ ਹੈ। ਬੜੀ ਗੱਲ ਹੈ। ਪੂਰੇ ਦਿਨ 'ਚ 2 ਵਾਰੀ ਆਉਂਦੀ ਹੈ, ਇਸ ਲਈ ਇੰਜ ਕਹਿਣ ਡਿਆ। ਮੈਂ ਕਿਹਾ ਇਹਨਾਂ ਦੇ ਘਰ ਬੱਤੀ ਆਂਦੀ ਹੈ ਪਰ ਇਹਨਾਂ ਦਾ ਅੱਬਾ ਨਹੀਂ ਆਉਂਦਾ। ਜ਼ਾਹਿਰ ਇੱਕ ਚੀਜ਼ ਆਉਣੀ ਹੈ, ਬੱਤੀ ਆਉਣੀ ਹੈ, ਅੱਬਾ ਆਉਣਾ। ਜੇ ਤਾਰ ਨਾਲ ਆਉਣਾ ਜਾਂ ਬੱਤੀ ਆਉਣੀ। ਸਾਹਰੀ ਗੱਲ ਹੈ, ਤੁਸੀਂ ਵੀ ਆਏ ਹੋ, ਤੁਹਾਡੇ ਅੱਬਾ ਨਹੀਂ ਆਏ। ਮੈਂ ਕਿਹਾ ਜੀ, ਇਹ ਤੇ ਮਾਸ਼ਾਅੱਲਾ ਪਿਆਰਾ ਬੱਚਾ ਹੈ। ਇਹਦੇ ਬਾਰੇ ਕੀ ਬਹੁਤ ਪਈ ਸੀ? ਇਹ ਇਸ ਲਈ ਪਿਆਰਾ ਸੀ, ਜਦੋਂ ਇਹ ਹੋਇਆ ਨਾ ਉਦੋਂ ਬੱਚੇ ਬਹੁਤ ਆਉਂਦੀ ਸੀ। ਅੱਛਾ ਜੀ। ਹਾਂਜੀ, ਜਦੋਂ ਇਹ ਅਚਾਨਕ ਆਈ ਹੈ ਸੜ ਗਿਆ। ਤੁਸੀਂ ਗੱਲਾਂ ਕਰਦੇ ਹੋ ਨਾ ਦੋਵੇਂ, ਹਾਂ। ਮੈਂ ਤੁਹਾਡੇ ਦੋਵਾਂ ਕੋਲੋਂ ਸੜ ਗਿਆ।
ਅੱਛਾ ਇਹਦੇ ਤੇ ਮਾਸ਼ਾਅੱਲਾ ਪਿਆਰਾ ਬੱਚਾ ਨਾ ਉਹ ਕਹਿ ਰਿਹਾ ਬੱਤੀ ਆਈ ਸੀ। ਮੈਂ ਇੱਕ ਪਿੰਡ ਦੇ ਵਿੱਚ ਗਿਆ, ਉੱਥੇ ਬੱਤੀ ਦਾ ਬਿੱਲ ਆਇਆ 5 ਰੁਪਏ। ਮੈਂ ਇੱਕ ਬੰਦੇ ਨੂੰ ਬਾਹਰ ਬੁਲਾਇਆ, ਮੈਂ ਕਿਹਾ ਭਾਈ ਜਾਨ 5 ਰੁਪਏ ਬਿੱਲ। ਕਹਿੰਦਾ ਜਨਾਬ ਅਸੀਂ ਬੱਤੀ ਬਾਲਨੇ ਉਦੋਂ ਜਦੋਂ ਲਾਲਟਨ ਲੱਭਣੀ ਹੋਵੇ। ਬੜੀ ਗੱਲ ਹੈ ਬਾਈ, ਇਹ ਤੇ ਬੜੀ ਕਮਾਲ ਦੀ ਗੱਲ ਕੀਤੀ ਹੈ ਬਾਈ ਉਹਨਾਂ ਨੇ। ਹੁਣ ਅਸੀਂ ਵੀ ਇੰਝ ਹੀ ਬੱਤੀ ਬਾਲਾਂਗੇ। ਆਈਡੀਆ ਅੱਛਾ ਵੈਸੇ। ਮੈਂ ਕਹਿੰਦਾ ਤੂੰ ਵੀ ਇੰਝ ਹੀ ਕਰਿਆ ਕਰ, ਕੈਸੇ ਤਰ੍ਹਾਂ ਵੱਡੇ ਖਰਗੋਸ਼ ਜਿੱਡਾ ਮੂੰਹ। ਆ ਤੇ ਸ਼ੌਕੀ ਪ੍ਰਾਹੁਣੇ ਦੇ ਪਿੱਛੇ ਪਿਆ ਮੁੰਡਾ, ਹੋਰ ਇਹਨੂੰ ਕੰਮ ਹੀ ਕੋਈ ਨਹੀਂ। ਤੇਰੇ ਪਿੱਛੇ ਪਿਆ ਤੂੰ, ਮੇਰਾ ਨਾਨਾ ਸਹੁਰਾ ਹੈ। ਉਹ ਗਲਤ ਹੋਣਾ ਜੀ, ਉਹਨੂੰ ਮੁੰਡਾ ਕਹਿ ਰਹੇ ਜੀ। ਕਿਉਂ ਜੀ? ਉਹਦੇ ਆਪਣੇ ਜਵਾਈ ਮਰਨ ਵਾਲੇ ਹੋਏ ਆ। ਲਓ, ਮੇਰੀ ਨੌਂ ਤੇ ਮੇਰੇ ਨਾਲ ਖਲੋਤੀ ਤਾਂ ਮਰਨਾ ਹੀ ਹੈ। ਦੇਖੋ ਤੁਸੀਂ ਨੌਵਾਂ ਧੀਆਂ ਦੇ ਵਿੱਚ ਸ਼ੌਕੀ ਪ੍ਰਾਹੁਣਾ ਕੈਸੇ ਫਸਿਆ ਹੈ। ਤੂੰ ਫਸਿਆ ਨਹੀਂ, ਤੂੰ ਹੱਸਿਆ ਹੈ। मैं क्या मैं प्यारा बच्चा माशाल्लाह। बेटा क्या नाम है आपका? मेरा नाम नुमान है। आवे ना फ्रेश बच्चा पढ़िया लिखा। मेरा नाम नमान है। ਸਾਡੇ ਵੇਖ ਲਵੋ ਨਾ ਸ਼ੌਕੀ ਪਰਾਉਣੇ ਵਾਲ। क्या हुआ? ਤੇਰਾ ਕੀ ਨਾਂ ਹੈ? शौकी प्राहुणा कोमे ਸਹੀ च ਸਹੀ ਦੱਸ, ਤੇਰਾ ਨਾਂ ਦਿੱਤੂ ਹੈ। भाई पथोना भाई तेनू पता है कि तू बचपन तो मेरे मगर फिरन डे है। ਲੈ ਤੇਰੇ ਮਗਰ ਫਿਰਨੇ, ਤੂੰ ਮੇਰੀ ਤਨਖਾਹ ਹੈ। अच्छा जी मैंने तुसीं ये दसो, हासा मजाक ते बहुत हो गया। ਹਾਂਜੀ ਬਾਈ ਜੀ। ਇਹ ਜਿਹੜਾ ਤੁਹਾਨੂੰ ਬਿੱਲ ਬਾਰ-ਬਾਰ ਲੱਗ ਕੇ ਆਉਂਦਾ ਹੈ, ਤੁਹਾਨੂੰ ਪਤਾ ਹੈ? ਕੱਢੋ ਹਾਂ ਬਿੱਲ ਜ਼ਰਾ। ਆ ਦੇਖੋ ਜੀ, ਬਿੱਲ ਮੇਰੇ ਕੋਲ ਹੈਗਾ ਭਾਈ ਜੀ। ਇਹ ਦੱਸੋ ਤੁਹਾਨੂੰ ਕਿੱਥੇ ਪਤਾ ਹੈ ਕਿ ਕਿੱਥੇ ਵੀ ਲਿਖਿਆ ਹੁੰਦਾ ਬਿੱਲ, ਕਿੱਥੇ ਜ਼ਿਆਦਾ ਹੈ ਜਾਂ ਘੱਟ ਹੈ, ਪਤਾ ਤੁਹਾਨੂੰ? ਨਹੀਂ ਜਨਾਬ, ਸਾਨੂੰ ਤਾਂ ਇਹ ਨਹੀਂ ਪਤਾ ਇਹ ਸਾਡੇ ਅੱਬੇ ਦੇ ਨਾਂ ਤੇ ਆਇਆ ਕਿ ਗਵਾਂਡੀਆਂ ਦੇ ਅੱਬੇ ਦੇ ਨਾਂ ਤੇ। ਐ ਲੋ ਇਹੋ ਜਿਹੇ ਬੰਦੇ ਨਾਲ ਦੇ ਦਾ ਬਿੱਲ ਉਤਾਰ ਦਿੰਦੇ ਨੇ। ਤੁਹਾਨੂੰ ਇਹ ਵੀ ਨਹੀਂ ਪਤਾ ਕਿ ਬਿੱਲ ਕਿੱਥੇ ਆਇਆ, ਕਿੱਥੇ ਜ਼ਿਆਦਾ ਹੈ, ਕਿੱਥੇ ਘੱਟ ਹੈ। ਤੁਸੀਂ ਕਿਉਂ ਖੱਪ ਆ ਰਹੇ ਹੋ? ਤੁਹਾਨੂੰ ਪਤਾ ਕਿ ਮੈਂ ਇੱਥੇ ਕਿਉਂ ਆਇਆ? ਕਿਉਂ ਆਏ ਹੋ ਜੀ? ਮੈਂ ਬਿੱਲ ਘੱਟ ਕਰਵਾਉਣ ਨਹੀਂ ਆਇਆ, ਫੇਰ ਮੈਂ ਪਤਾ ਕਰਨ ਆਇਆ ਕਿ ਆਇਆ ਕਿੰਨਾ। ਸਾਨੂੰ ਲਿਖੇ ਪੜਿਆ ਦਾ ਨਹੀਂ ਪਤਾ ਲੱਗਦਾ। ਦੇਖਿਆ ਨਾਜ਼ਰੀਨ, ਨਾ ਪੜ੍ਹੇ ਨੇ ਨਾ ਲਿਖੇ ਨੇ, ਨਾ ਕਿਸੇ ਨੂੰ ਬਿੱਲ ਪੜਾਉਂਦੇ ਨੇ, ਸਿਰਫ ਆਣ ਕੇ ਤੇ ਖੱਜਲ ਖਰਾਬ ਹੋਣ ਲੱਗ ਪੈਂਦੇ ਨੇ। ਆਪ ਨੂੰ ਪਤਾ ਹੀ ਨਹੀਂ ਯੂਨਿਟ ਕਿੱਥੇ ਲਿਖੇ ਨੇ, ਬਿੱਲ ਆਇਆ ਕਿੰਨਾ ਹੈ। ਹੁਣ ਇਹਨਾਂ ਨਾਲ ਗੱਲ ਕਰਨੇ, ਤੁਹਾਡਾ ਕੀ ਮਸਲਾ ਜੀ? ਮੇਰਾ ਵੀ ਇਹੀ ਮਸਲਾ ਜੀ, ਸਾਡਾ ਮੀਟਰ ਬਹੁਤ ਤੇਜ਼ ਚੱਲਦਾ ਹੈ ਤੇ ਬਿੱਲ ਬੇਬਹਾ ਆ ਰਹੇ ਆ। ਮੈਂ ਚਿੱਟੀ ਅਨਪੜ੍ਹ, ਮੈਨੂੰ ਕੀ ਪਤਾ ਬਿੱਲ ਸਹੀ ਆ ਰਿਹਾ ਕਿ ਲੱਗ ਕੇ ਆ ਰਿਹਾ ਕਿ ਕਿਸ ਤਰ੍ਹਾਂ ਆ ਰਿਹਾ। ਉਹੀ ਤੇ ਇੱਥੋਂ ਮੈਂ ਕਰੈਕਸ਼ਨ ਕਰਾਉਣ ਆਈ ਹਾਂ। ਨਾਜ਼ਰੀਨ ਪਹਿਲੇ ਤੇ ਐਡਾ ਤੇਜ਼ ਇੰਜ ਕਹਿੰਦੇ ਨੇ ਜਿਵੇਂ ਕੋਈ ਮੋਟਰਸਾਈਕਲ ਤੇਜ਼ ਚੱਲ ਰਹੀ ਹੈ। ਮੋਹਤਰਮਾ ਪਹਿਲੇ ਪੜੀਦਾ ਹੁੰਦਾ ਬਿੱਲ ਕਿੰਨਾ ਆਇਆ ਕਿੰਨਾ ਨਹੀਂ ਆਇਆ। ਯੂਨਿਟ ਅਗਰ ਤੁਹਾਨੂੰ ਕੋਈ ਮਸਲਾ ਅਦਾਰੇ ਨਾਲ ਕੋਈ ਪਰੇਸ਼ਾਨੀ ਹੈ, ਤੁਸੀਂ ਆਪਣੇ ਯੂਨਿਟ ਲਿਖ ਕੇ ਲੈ ਆਓ। ਉਹਨਾਂ ਕਹੋ ਜੀ ਬਿੱਲ ਸਾਨੂੰ ਇਹ ਆਇਆ, ਯੂਨਿਟ ਸਾਡੇ ਇਹ ਆਏ ਨੇ। ਮੈਂ ਕਿਸ ਤਰ੍ਹਾਂ ਜੀ ਲਿਖ ਕੇ ਲਿਆਵਾਂ? ਮੈਂ ਤਾਂ ਚਿੱਟੀ ਅਨਪੜ੍ਹ। ਅਸੀਂ ਤਾਂ ਮਹੱਲੇ ਦੇ ਵਿੱਚ ਇੱਕ ਮੁੰਡਾ ਹੈਗਾ, ਉਹਦੇ ਕੋਲੋਂ ਬਿੱਲ ਲਿਖਵਾਉਂਦੇ ਆ। ਨਾਜ਼ਰੀਨ ਤੁਸੀਂ ਦੇਖਿਆ, ਲੋਕ ਬਿੱਲ ਪੜ੍ਹਦੇ ਵੀ ਨਹੀਂ, ਰੀਡਿੰਗ ਵੇਖਦੇ ਵੀ ਨਹੀਂ, ਅਦਾਰੇ ਦੇ ਬਾਹਰ ਆ ਕੇ ਬੋਲੀ ਜਾਂਦੇ। ਸਭ ਤੋਂ ਪਹਿਲੇ ਤੁਸੀਂ ਐਨਕ ਲਾਓ, ਟੋਪੀ ਲਾਓ, ਤੁਹਾਡਾ ਚਿਹਰਾ ਤੇ ਵਿਖਾਈਏ ਪਬਲਿਕ ਨੂੰ। ਲਓ ਜਨਾਬ, ਤੁਸੀਂ ਦੇਖੋ ਸਾਰਾ ਕੁਝ। ਹੁਣ ਦੱਸੋ ਮੈਂ ਕੈਸਾ ਲੱਗ ਰਿਹਾ? ਧੁੱਪੇ ਅਮਰੂਦ ਵਰਗੀ ਸ਼ਕਲ ਲੱਗ ਰਹੀ ਹੈ। ਤੇ ਤੂੰ ਖਾ ਕੇ ਨਿਕਲ, ਤੈਨੂੰ ਕੀ? ਸੁੰਡੀਆਂ ਨਾਲ ਨਹੀਂ ਨਾ ਖਾਂਦਾ ਉਹ। ਅੰਡੀ ਤੇ ਪਰਾਂ ਖਲੋਤੀ ਗੈਟਅਪ ਕਰਕੇ। ਅੱਛਾ ਮੋਹਤਰਮਾ, ਤੁਸੀਂ ਲੇਡੀਜ਼ ਹੋ? ਨਹੀਂ ਜਨਾਬ, ਮੈਂ ਲੇਡੀਜ਼ ਨਹੀਂ ਨਾ, ਮੈਂ ਮੁਹਤਰਮਾ ਹੀ ਹਾਂ। ਐਕਚੁਅਲੀ ਅਸੀਂ ਇੱਥੇ ਆਨੇ ਆ, ਬੰਦਿਆਂ ਦੀਆਂ ਇੰਨੀਆਂ ਲਾਈਨਾਂ ਲੱਗੀਆਂ ਹੁੰਦੀਆਂ ਨੇ, ਯਕੀਨ ਕਰੋ ਸਾਰਾ ਦਿਹਾੜੀ ਗੁੱਲ ਹੋ ਜਾਂਦੀ ਹੈ। ਆਪਣੇ ਕੰਮ ਤੋਂ ਵੀ ਅਸੀਂ ਬੈਠੇ ਰਹਿੰਦੇ ਹਾਂ। ਅੱਛਾ ਜੀ। ਜਮ੍ਹਾਂ ਕਰਾਉਣ ਦੇ ਚੱਕਰ 'ਚ ਸਾਰਾ ਦਿਨ ਸਾਡਾ ਇੱਥੇ ਜ਼ਾਇਆ ਹੋ ਜਾਂਦਾ। ਉਹ ਮੈਂ ਇਸ ਵਾਸਤੇ ਗੈਟਅਪ ਚੇਂਜ ਕਰਕੇ, ਕੱਪੜੇ ਚੇਂਜ ਕਰਕੇ ਆਇਆ ਵਾਂ ਕਿ ਔਰਤਾਂ ਦੀ ਲਾਈਨ ਦੇ ਵਿੱਚ ਜ਼ਰਾ ਰਸ਼ ਘੱਟ ਹੁੰਦਾ ਤੇ ਮੈਂ ਕਿਹਾ ਟਾਈਮ ਨਾਲ ਬਿੱਲ ਜਮ੍ਹਾਂ ਕਰਾ ਲਈਏ। ਨਾਜ਼ਰੀਨ ਦੇਖਿਆ ਕਿ ਇੱਕ ਬੰਦਾ ਜੈਂਟਸ ਹੈ, ਬੰਦਾ ਹੈ ਲੇਡੀਜ਼ ਬੁਰਖਾ ਪਾ ਕੇ ਔਰਤਾਂ ਦੀ ਲਾਈਨ ਚਲਾ ਕੇ ਬਿੱਲ ਘੱਟ ਕਰਾ ਰਿਹਾ ਕਿ ਫਟਾਫਟ ਕੰਮ ਹੋ ਜੇ। ਅਸੀਂ ਕਿਸ ਤਰ੍ਹਾਂ ਸ਼ਾਰਟਕਟ ਲੱਭਨੇ ਆ, ਇਹ ਨਹੀਂ ਵੇਖਦੇ ਕਿ ਚਲੋ ਲੈਣ ਹੈ, ਕੋਈ ਨਾ ਕੋਈ ਲੈਣ ਪਹੁੰਚ ਜਾਏਗੀ ਅੱਗੇ। ਸਾਨੂੰ ਡਿਸਪਲਿਨ ਨਾਲ ਕੰਮ ਕਰਨਾ ਚਾਹੀਦਾ। ਦੇਖਿਆ ਨਾਜ਼ਰੀਨ ਕਿੰਨਾ ਸ਼ੋਰ ਹੈ। ਸਭ ਤੋਂ ਪਹਿਲੇ ਤੇ ਹੁਕੂਮਤ ਪਾਕਿਸਤਾਨ ਨੂੰ ਚਾਹੀਦਾ ਜਿਹੜੀਆਂ ਰੋਜ਼ਮਰਾ ਜ਼ਿੰਦਗੀ ਦੀਆਂ ਚੀਜ਼ਾਂ ਨੇ ਉਹਨਾਂ ਨੂੰ ਪਲੀਜ਼ ਕੁਝ ਘੱਟ ਕਰਨ ਤਾਂ ਕਿ ਲੋਕ ਆਸਾਨੀ ਨਾਲ ਆਪਣੀ ਜ਼ਿੰਦਗੀ ਗੁਜ਼ਾਰ ਸਕਣ। ਔਰ ਨਾਜ਼ਰੀਨ ਸਾਡੇ ਘਰਾਂ 'ਚ 10-10 ਸਾਡੇ ਕਮਰੇ ਨੇ, ਜਿਸ ਕਮਰੇ 'ਚ ਤੁਸੀਂ ਨਹੀਂ ਬੈਠੇ ਪਲੀਜ਼ ਉੱਥੋਂ ਦਾ ਪੱਖਾ ਬੰਦ ਕਰ ਦਿਓ, ਲਾਈਟਾਂ ਬੰਦ ਕਰ ਦਿਓ ਤਾਂ ਕਿ ਬਿਜਲੀ ਬਚੇ। ਇਹ ਪਿਆਰਾ ਪਾਕਿਸਤਾਨ ਸਾਡਾ ਘਰ ਹੈ ਤੇ ਨਾਜ਼ਰੀਨ ਘਰ 'ਚ ਅਗਰ ਕੋਈ ਚੀਜ਼ ਬਚੀ ਹੋਏਗੀ ਤੇ ਫਿਰ ਸਾਡੇ ਕੰਮ ਆ ਜਾਏਗੀ। ਹੱਸਦੇ ਰਹੋ, ਮੁਸਕਰਾਉਂਦੇ ਰਹੋ, ਸਲਾਮਤ ਰਹੋ ਤੇ ਵੇਖਦੇ ਰਹੋ ਸ਼ੌਕੀ ਪ੍ਰਾਹੁਣਾ।